ਤੇ ਨਿੱਗੀ ਨਿੱਗੀ ਅੱਗ ਦੇ ਸੇਕ ਦਾ ਮਜ਼ਾ ਲੈਂਦੇ ਮੂੰਗਫਲੀ ਰਿਓੜੀਆਂ ਖਾਂਦੇ ਹਨ। ਧੂਣੀ ਦੇ ਦੁਆਲੇ ਜਦੋਂ ਸਾਰੇ ਲੋਕ ਇਕੱਠੇ ਹੁੰਦੇ ਹਨ ਤਾਂ ਉਸ ਅੱਗ ਨਿੱਗੀ ਨਿੱਗੀ ਅੱਗ ਦੇ ਸੇਕ ਦਾ ਮਜ਼ਾ ਲੈਂਦੇ ਕੀ ਖਾਂਦੇ ਹਨ? ਮੂੰਗਫਲੀ ਰਿਓੜੀਆਂ ਆਦਿ ਖਾਂਦੇ ਹਨ। ਇਸ ਦਿਨ ਘਰਾਂ ਵਿੱਚ ਗੰਨੇ ਦੇ ਰਸ ਵਿੱਚ ਚੌਲ ਪਾ ਕੇ ਖੀਰ ਵੀ ਰਿੰਨੀ ਜਾਂਦੀ ਹੈ। ਰਿੰਨੀ ਜਾਂਦੀ ਮੀਨਸ ਪਕਾਈ ਜਾਂਦੀ ਹੈ, ਜੋ ਅਗਲੇ ਦਿਨ ਖਾਧੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਪੋਹ ਰਿੱਧੀ ਮਾਘ ਖਾਧੀ। ਲੋਹੜੀ ਵਾਲੇ ਦਿਨ ਕੀ ਹੈ? ਘਰਾਂ ਵਿੱਚ ਗੰਨੇ ਦੇ ਰਸ ਵਿੱਚ ਚੌਲ ਪਾ ਕੇ ਖੀਰ ਪਕਾਈ ਜਾਂਦੀ ਹੈ, ਜਿਸ ਨੂੰ ਕਿ ਅਗਲੇ ਦਿਨ ਲੋਕ ਖਾਂਦੇ ਹਨ ਤੇ ਇਸ ਨੂੰ ਕੀ ਕਿਹਾ ਜਾਂਦਾ ਹੈ? ਪੋਹ ਰਿੱਧੀ ਮਾਘ ਖਾਧੀ। ਲੋਹੜੀ ਦੇ ਤਿਉਹਾਰ ਨਾਲ ਇੱਕ ਕਹਾਣੀ ਜੁੜੀ ਹੋਈ ਹੈ। ਪੁਰਾਤਨ ਸਮੇਂ ਵਿੱਚ ਇੱਕ ਲੋਹੜੀ ਦਾ ਤਿਉਹਾਰ ਹੈ ਜਿਹੜਾ ਉਸ ਨਾਲ ਇੱਕ ਕਹਾਣੀ ਵੀ ਜੁੜੀ ਹੋਈ ਹੈ। ਪੁਰਾਤਨ ਮੀਨਸ ਪੁਰਾਣੇ ਸਮੇਂ ਵਿੱਚ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਕੁੜੀਆਂ ਸਨ, ਸੁੰਦਰੀ ਤੇ ਮੁੰਦਰੀ, ਜੋ ਬਹੁਤ ਖੂਬਸੂਰਤ ਸਨ। ਬ੍ਰਾਹਮਣ ਨੇ ਦੋਵਾਂ ਦੀ ਮੰਗਣੀ ਆਪਣੇ ਕੋਲ ਦੇ ਬ੍ਰਾਹਮਣ ਮੁੰਡਿਆਂ ਨਾਲ ਕੀਤੀ ਹੋਈ ਸੀ, ਪਰ ਉਸ ਇਲਾਕੇ ਦਾ ਹਾਕਮ ਬਹੁਤ ਜ਼ਾਲਮ ਸੀ। ਲੋਹੜੀ ਦੇ ਤਿਉਹਾਰ ਨਾਲ ਇੱਕ ਕਹਾਣੀ ਪ੍ਰਸਿੱਧ ਹੈ ਕਿ ਉਸ ਸਮੇਂ ਇੱਕ ਗਰੀਬ ਬ੍ਰਾਹਮਣ ਹੁੰਦਾ ਸੀ, ਉਸਦੀਆਂ ਦੋ ਕੁੜੀਆਂ ਸਨ। ਉਹਨਾਂ ਦਾ ਨਾਮ ਕੀ ਸੀ? ਸੁੰਦਰੀ ਅਤੇ ਮੁੰਦਰੀ। ਉਹ ਦੋਨੋਂ ਕੁੜੀਆਂ ਬਹੁਤ ਹੀ ਜ਼ਿਆਦਾ ਕੀ ਖੂਬਸੂਰਤ ਮੀਨਸ ਸੋਹਣੀਆਂ ਸਨ। ਬ੍ਰਾਹਮਣ ਨੇ ਕੀ ਉਹਨਾਂ ਦੋਨਾਂ ਕੁੜੀਆਂ ਦੀ ਮੰਗਣੀ ਆਪਣੇ ਹੀ ਕੋਲ ਦੇ ਆਪਣੀ ਜਾਤ ਦੇ ਬ੍ਰਾਹਮਣ ਮੁੰਡਿਆਂ ਨਾਲ ਕੀਤੀ ਹੋਈ ਸੀ, ਪਰ ਉਹ ਕੀ ਹੈ ਉਸ ਇਲਾਕੇ ਦੇ ਜਿਹੜਾ ਹਾਕਮ ਮੀਨਸ ਸ਼ਾਸਕ ਜਿਹੜਾ ਉਹ ਸੀ ਬਹੁਤ ਜ਼ਿਆਦਾ ਜ਼ਾਲਮ ਮੀਨਸ ਨਿਰਦਈ ਸੀ, ਲੋਕਾਂ ਪਰ ਜ਼ੁਲਮ ਕਰਨ ਵਾਲਾ ਸੀ। ਉਹ ਸੋਹਣੀਆਂ ਕੁੜੀਆਂ ਨੂੰ ਚੱਕ ਕੇ ਲੈ ਜਾਂਦਾ ਸੀ। ਜਿਹੜਾ ਉੱਥੋਂ ਦਾ ਸ਼ਾਸਕ ਸੀ ਉਹ ਕੀ ਹੈ ਹਾਕਮ ਸੀ, ਜਿਹੜਾ ਉਹ ਕੁੜੀਆਂ ਨੂੰ ਜਿਹੜੀਆਂ ਸੋਹਣੀਆਂ ਕੁੜੀਆਂ ਦੇਖਦਾ ਸੀ ਉਹਨਾਂ ਨੂੰ ਚੁੱਕ ਕੇ ਲੈ ਜਾਂਦਾ ਸੀ। ਬ੍ਰਾਹਮਣ ਚਾਹੁੰਦਾ ਸੀ ਕਿ ਉਸ ਦੀਆਂ ਧੀਆਂ ਦਾ ਵਿਆਹ ਛੇਤੀ ਹੋ ਜਾਏ, ਪਰ ਉਹਨਾਂ ਦੇ ਸਹੁਰੇ ਹਾਕਮ ਦੇ ਡਰ ਤੋਂ ਤਿਆਰ ਨਹੀਂ ਸਨ। ਜਿਹੜਾ ਬ੍ਰਾਹਮਣ ਸੀ ਉਹ ਚਾਹੁੰਦਾ ਸੀ ਕਿ ਉਸ ਦੀਆਂ ਜਿਹੜੀਆਂ ਧੀਆਂ ਦੀ ਮੰਗਣੀ ਹੋਈ ਹੈ ਉਹਨਾਂ ਧੀਆਂ ਦਾ ਵਿਆਹ ਵੀ ਹੈ ਕਿ ਛੇਤੀ ਮੀਨਸ ਜਲਦੀ ਹੋ ਜਾਵੇ, ਪਰ ਉਹਨਾਂ ਦੇ ਜਿਹੜੇ ਸਹੁਰੇ ਸੀ ਉਸ ਦੀਆਂ ਧੀਆਂ ਦੇ ਜਿਹੜੇ ਸਹੁਰੇ ਸੀ ਉਹ ਸਮੇਂ ਜਿਹੜਾ ਸ਼ਾਸਕ ਸੀ ਹਾਕਮ ਸੀ ਉਸ ਦੇ ਡਰ ਤੋਂ ਤਿਆਰ ਨਹੀਂ ਸਨ। ਇੱਕ ਦਿਨ ਉਦਾਸ ਬ੍ਰਾਹਮਣ ਦੀ ਮੁਲਾਕਾਤ ਦੁੱਲਾ ਪੱਟੀ ਨਾਮ ਦੇ ਡਾਕੂ ਨਾਲ ਹੋਈ। ਉਹ ਜਿਹੜਾ ਉਦਾਸ ਬ੍ਰਾਹਮਣ ਸੀ, ਮੁਲਾਕਾਤ ਮੀਨਸ ਮੇਲ, ਉਸਦਾ ਇੱਕ ਮੇਲ ਦੁੱਲਾ ਪੱਟੀ ਨਾਮ ਦੇ ਡਾਕੂ ਨਾਲ ਹੁੰਦਾ ਹੈ। ਦੁੱਲਾ ਪੱਟੀ ਡਾਕੂ ਜ਼ਰੂਰ ਸੀ ਪਰ ਗਰੀਬਾਂ ਦਾ ਹਮਦਰਦ ਸੀ। ਜਿਹੜਾ ਦੁੱਲਾ ਪੱਟੀ ਸੀ ਉਹ ਡਾਕੂ ਜ਼ਰੂਰ ਸੀ ਪਰ ਉਹ ਗਰੀਬਾਂ ਦਾ ਹਮਦਰਦ ਸੀ। ਹਮਦਰਦ ਮੀਨਸ ਗਰੀਬਾਂ ਦੀ ਮਦਦ ਕਰਨ ਵਾਲਾ ਸੀ, ਉਹਨਾਂ ਦੇ ਦਰਦ ਨੂੰ ਸੁਣਨ ਵਾਲਾ ਸੀ। ਉਸ ਨੇ ਬ੍ਰਾਹਮਣ ਦੀ ਚਿੰਤਾ ਦਾ ਕਾਰਨ ਸੁਣਨ ਤੋਂ ਪਿੱਛੋਂ ਕਿਹਾ, ਹੁਣ ਸੁੰਦਰੀ ਤੇ ਮੁੰਦਰੀ ਮੇਰੀਆਂ ਧਰਮ ਦੀਆਂ ਧੀਆਂ ਹਨ, ਇਹਨਾਂ ਦਾ ਡੋਲਾ ਮੈਂ ਤੋਰਾਂਗਾ। ਉਹ ਗਰੀਬ ਬ੍ਰਾਹਮਣ ਦੀ ਚਿੰਤਾ ਦਾ ਕਾਰਨ ਸੁਣਨ ਤੋਂ ਪਿੱਛੋਂ ਉਹਨਾਂ ਨੂੰ ਕੀ ਕਹਿੰਦਾ, ਜਿਹੜੇ ਸੁੰਦਰੀ ਤੇ ਮੁੰਦਰੀ ਹਨ ਉਹ ਮੇਰੀਆਂ ਅੱਜ ਤੋਂ ਧਰਮ ਦੀਆਂ ਧੀਆਂ ਹਨ, ਇਹਨਾਂ ਦਾ ਡੋਲਾ ਮੈਂ ਤੋਰਾਂਗਾ, ਮੈਂ ਇਹਨਾਂ ਦਾ ਵਿਆਹ ਕਰਾਂਗਾ। ਸੁੰਦਰੀ ਮੁੰਦਰੀ ਦੇ ਸਹੁਰਿਆਂ ਨੂੰ ਜੰਝ ਲੈ ਕੇ ਆਉਣ ਦਾ ਸੱਦਾ ਭੇਜ ਦਿੱਤਾ ਗਿਆ। ਸੁੰਦਰੀ ਤੇ ਮੁੰਦਰੀ ਜਿਹੜੀਆਂ ਦੋ ਕੁੜੀਆਂ ਸਨ ਉਹਨਾਂ ਦੇ ਸਹੁਰਿਆਂ ਨੂੰ ਜੰਝ ਮੀਨਸ ਬਰਾਤ ਲੈ ਕੇ ਆਉਣ ਦਾ ਸੱਦਾ ਮੀਨਸ ਸੁਨੇਹਾ ਭੇਜ ਦਿੱਤਾ ਗਿਆ, ਪਰ ਉਹਨਾਂ ਬੇਨਤੀ ਕੀਤੀ ਕਿ ਉਹ ਜੰਝ ਰਾਤ ਵੇਲੇ ਲੈ ਕੇ ਆਉਣਗੇ, ਕਿਉਂਕਿ ਉਹ ਵੀ ਹਾਕਮ ਤੋਂ ਡਰਦੇ ਸਨ। ਪਰ ਉਹ ਜਿਹੜੇ ਸੁੰਦਰੀ ਮੁੰਦਰੀ ਦੇ ਸਹੁਰੇ ਸਨ ਉਹ ਕੀ ਕਹਿੰਦੇ ਹਨ ਕਿ ਉਹ ਜੰਝ ਨੂੰ ਬਰਾਤ ਨੂੰ ਰਾਤ ਵੇਲੇ ਲੈ ਕੇ ਆਉਣਗੇ। ਕਿਸ ਵੇਲੇ ਲੈ ਕੇ ਆਉਣਗੇ? ਰਾਤ ਵੇਲੇ, ਕਿਉਂਕਿ ਉਹ ਵੀ ਉਸ ਸਮੇਂ ਜਿਹੜਾ ਹਾਕਮ ਸੀ ਸ਼ਾਸਕ ਸੀ ਉਸ ਤੋਂ ਡਰਦੇ ਸਨ। ਜਦ ਰਾਤ ਵੇਲੇ ਜੰਝ ਪਹੁੰਚੀ ਤਾਂ ਅੱਗ ਬਾਲ ਕੇ ਠੰਡੀ ਰਾਤ ਨੂੰ ਇਸੇ ਦੀ ਰੋਸ਼ਨੀ ਵਿੱਚ ਜੰਝ ਦਾ ਸਵਾਗਤ ਕੀਤਾ ਗਿਆ। ਜਦੋਂ ਉਹਨਾਂ ਦੋਨਾਂ ਕੁੜੀਆਂ ਦੀ ਜਿਹੜੀ ਆ ਬਰਾਤ ਰਾਤ ਨੂੰ ਪੁੱਜਦੀ ਹੈ, ਜੰਝ ਪਹੁੰਚਦੀ ਹੈ, ਤਾਂ ਕੀ ਹੈ ਅੱਗ ਬਾਲ ਕੇ ਠੰਡੀ ਰਾਤ ਨੂੰ ਉਸੇ ਦੀ ਰੋਸ਼ਨੀ ਵਿੱਚ ਹੀ ਉਸੇ ਅੱਗ ਦੀ ਰੋਸ਼ਨੀ ਵਿੱਚ ਹੀ ਜੰਝ ਦਾ ਕੀ ਹੈ ਸਵਾਗਤ ਕੀਤਾ ਜਾਂਦਾ। ਸਵਾਗਤ ਕੀਤਾ ਮੀਨਸ ਜੀ ਆਇਆਂ ਨੂੰ ਕਿਹਾ ਜਾਂਦਾ ਹੈ। ਤੇ ਦੁੱਲੇ ਪੱਟੀ ਨੇ ਧਰਮ ਦੀਆਂ ਧੀਆਂ ਦੀ ਚੋਲੀ ਵਿੱਚ ਇੱਕ ਇੱਕ ਸੇਰ ਸ਼ੱਕਰ ਸ਼ਗਨ ਦੇ ਤੌਰ ਤੇ ਪਾਈ। ਸੇਰ ਬੇਟੇ ਕੀ ਹੁੰਦਾ? ਇੱਕ ਮਾਪ ਦਾ ਪੈਮਾਨਾ ਹੁੰਦਾ ਜਿਸ ਨਾਲ ਕਿ ਅਸੀਂ ਚੀਜ਼ ਮਿਣਦੇ ਹਾਂ, ਉਸ ਨੂੰ ਕਹਿੰਦਾ ਸੇਰ, ਇੱਕ ਮਾਪ ਦਾ ਪੈਮਾਨਾ ਹੁੰਦਾ ਹੈ। ਦੁੱਲੇ ਪੱਟੀ ਨੇ ਕਿ ਦੋਵਾਂ ਧੀਆਂ ਦੀ ਚੋਲੀ ਵਿੱਚ ਸ਼ਗਨ ਦੇ ਤੌਰ ਤੇ ਕੀ ਪਾਇਆ ਸੀ? ਇੱਕ ਇੱਕ ਸੇਰ ਸ਼ੱਕਰ। ਇਸ ਤਰ੍ਹਾਂ ਦੁੱਲੇ ਪੱਟੀ ਦਾ ਕੰਨਿਆਦਾਨ ਇੱਕ ਗੀਤ ਦੇ ਰੂਪ ਵਿੱਚ ਪ੍ਰਸਿੱਧ ਹੋਇਆ। ਦੁੱਲੇ ਪੱਟੀ ਨੇ ਦੋਹਾਂ ਕੁੜੀਆਂ ਦਾ ਜੋ ਕਿ ਕੰਨਿਆਦਾਨ ਕੀਤਾ ਸੀ ਉਹ ਇੱਕ ਗੀਤ ਦੇ ਰੂਪ ਵਿੱਚ ਪ੍ਰਸਿੱਧ ਹੋ ਗਿਆ ਸੀ, ਜਿਸ ਨੂੰ ਲੋਹੜੀ ਤੇ ਬੱਚੇ ਬੜੇ ਚਾਅ ਨਾਲ ਗਾਉਂਦੇ ਹਨ। ਚਾਅ ਮੀਨਸ ਉਤਸ਼ਾਹ ਨਾਲ ਗਾਉਂਦੇ ਹਨ। ਇਸ ਤਸਵੀਰ 'ਚ ਤੁਸੀਂ ਦੇਖ ਰਹੇ ਹੋ ਕਿ ਬੱਚੇ ਕੀ ਹੈ ਬੜੇ ਚਾਅ ਨਾਲ ਕੀ ਹੈ ਗੀਤ ਗਾ ਰਹੇ ਹਨ। ਉਹ ਗੀਤ ਕਿਹੜਾ ਸੀ? ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਪੱਟੀ ਵਾਲਾ ਹੋ, ਦੁੱਲੇ ਦੀ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ, ਕੁੜੀ ਦਾ ਸਾਲੂ ਪਾਟਾ ਹੋ, ਸਾਲੂ ਕੌਣ ਸਮੇਟੇ ਹੋ, ਚਾਚਾ ਚੂਰੀ ਕੁੱਟੇ ਹੋ, ਜ਼ਿਮੀਦਾਰਾਂ ਲੁੱਟੀ ਹੋ, ਗਿਣ ਗਿਣ ਪੋਲੇ ਲਾਏ ਹੋ, ਇੱਕ ਪੋਲਾ ਖੁੱਸ ਗਿਆ ਹੋ, ਜ਼ਿਮੀਦਾਰਾ ਰੁੱਸ ਗਿਆ ਹੋ, ਲੋਹੜੀ ਬਈ ਲੋਹੜੀ, ਲੋਹੜੀ ਬਈ ਲੋਹੜੀ। ਬੱਚੇ ਤੁਸੀਂ ਦੇਖਦੇ ਹੋ ਕਿ ਬੱਚੇ ਲੋਹੜੀ ਤੇ ਕੀ ਹੈ ਆਮ ਹੀ ਇਹ ਗੀਤ ਗਾਉਂਦੇ ਸੁਣਾਈ ਦਿੰਦੇ ਹਨ। ਇਸ ਪਾਠ ਨੂੰ ਪੜ੍ਹਨ ਤੋਂ ਸਾਨੂੰ
ਕੀ ਸਿੱਖਿਆ ਬਾਅਦ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਸਾਰੇ ਤਿਉਹਾਰਾਂ ਨੂੰ ਇਕੱਠਿਆਂ ਮਨਾਉਣਾ ਚਾਹੀਦਾ ਹੈ। ਜਦੋਂ ਅਸੀਂ ਤਿਉਹਾਰਾਂ ਨੂੰ ਇਕੱਠੇ ਮਨਾਉਂਦੇ ਇਸ ਨਾਲ ਕੀ ਹੁੰਦਾ, ਇੱਕ ਤਾਂ ਸਾਡਾ ਆਪਸੀ ਪ੍ਰੇਮ ਵੱਧਦਾ ਹੈ ਅਤੇ ਸਾਡਾ ਭਾਈਚਾਰਾ ਵੱਧਦਾ ਹੈ, ਸਾਡਾ ਆਪਸੀ ਮੇਲ ਮਿਲਾਪ ਕੀ ਹੈ ਉਹ ਵੀ ਵੱਧਦਾ ਹੈ। ਸਾਨੂੰ ਤਿਉਹਾਰ ਜਾਤ ਪਾਤ ਤੋਂ, ਊਚ ਨੀਚ ਛੂਆ ਛਾਤ ਦੀ ਸੋਚ ਤੋਂ ਉੱਚੇ ਉੱਠ ਕੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ। ਜਦੋਂ ਅਸੀਂ ਤਿਉਹਾਰ ਮਨਾਉਂਦੇ ਉਸ ਸਮੇਂ ਸਾਨੂੰ ਜਾਤ ਪਾਤ ਦੇ ਵਿਤਕਰੇ ਤੋਂ, ਊਚ ਨੀਚ ਦੇ ਵਿਤਕਰੇ ਨੂੰ ਤੋਂ ਉੱਚੇ ਉੱਠ ਕੇ ਕਿ ਸਾਨੂੰ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ। ਇਸ ਨਾਲ ਸਾਡਾ ਆਪਸੀ ਪ੍ਰੇਮ ਤੇ ਭਾਈਚਾਰਾ ਵੀ ਵੱਧ ਜਾਂਦਾ ਹੈ।